ਮਾਤਾ ਪਿਤਾ ਦੇਵੀ ਬਾਲਕ ਨਾਨਕ ਉੱਤੇ ਦੋ ਰੰਗ ਲੰਘਦੇ ਦੇਖਦੇ ਪ੍ਰਸੰਨ ਤੇ ਉਦਾਸ ਹੁੰਦੇ ਸਨ। ਜਦ ਦੇਖਦੇ ਸਨ ਖੇਲਦੇ ਹੱਸਦੇ ਪੜ੍ਹਦੇ ਤਾਂ ਖੁਸ਼ ਹੁੰਦੇ ਸਨ, ਪਰ ਜਦ ਦੇਖਦੇ ਸਨ ਦਿਨ ਪਰ ਦਿਨ ਮੌਨ ਚੁੱਪ ਕਰਕੇ ਵਣਾ ਹੇਠ ਸਾਰਾ ਸਾਰਾ ਦਿਨ ਬਹਿ ਰਹਿਣਾ, ਸਾਦਾ ਫਕੀਰਾਂ ਦੇ ਬਚਨ ਸੁਣਨੇ ਜਾਂ ਘਰ ਲੰਮੇ ਹੀ ਪਏ ਰਹਿਣਾ, ਤਾਂ ਡਾਢੇ ਦਿਲਗੀਰ ਹੋ ਜਾਂਦੇ ਸਨ। ਤਦੋਂ ਹਰਦਿਆਲ ਦੇ ਕਹੇ ਵਾਕ ਤੇ ਆਪਣੇ ਅੱਖੀਂ ਡਿੱਠੇ ਕੌਤਕ ਜੋ ਬਾਲਕ ਨੂੰ ਅਲੌਕਿਕ ਤੇ ਅਚਰਜ ਵਾਲਾ ਦੱਸਦੇ ਸਨ, ਸਭ ਭੁਲੇਵਾ ਜਾਪਦੇ ਤੇ ਚਿੰਤਾ ਪੈ ਜਾਂਦੀ ਕਿ ਇੱਕੋ ਇੱਕ ਪੁੱਤਰ ਹੈ। ਹੇ ਭਗਵਾਨ, ਕੀ ਬਣੇਗਾ ਹੁਣ? ਦੇਵੀ ਬਾਲਕ ਬਨਾਂ ਵਿੱਚ ਬਹੁਤਾ ਰਹਿੰਦਾ ਸੀ ਔਰ ਆਏ ਗਏ ਤਿਆਗੀ ਵਿਰਕਤਾਂ ਦੇ ਦਰਸ਼ਨ ਮੇਲੇ ਹੁੰਦੇ ਰਹਿੰਦੇ ਸਨ। ਉਹਨਾਂ ਦੇ ਸੰਗ ਵਿਦਿਆ ਵਿਗਿਆਨ ਦੇ ਮਸਲੇ ਸੁਣਦੇ, ਸ਼ਾਸਤਰਾਂ ਦੇ ਹਾਲਾਤ ਸਰਵਣ ਕਰਦੇ, ਉਹਨਾਂ ਨੂੰ ਆਪਣੇ ਅਨੁਭਵ ਗਿਆਨ ਦੀਆਂ ਮਤਾਂ ਦਿੰਦੇ ਸਨ। ਪਰੰਤੂ ਇਕਾਂਤ ਬੈਠਣਾ, ਨੈਣ ਮੁੰਦੇ ਬੰਨ ਦੀ ਚੁੱਪ ਆਵਾਜ਼ ਵਿੱਚ ਕਾਦਰ ਦੇ ਰੰਗ ਵਿੱਚ ਮਗਨ ਹੋਣਾ, ਨੈਣ ਖੋਲ ਕਾਦਰ ਦੇ ਕੁਦਰਤ ਵਿੱਚ ਦਰਸ਼ਨ ਕਰਨੇ, ਜਿਸ ਨੂੰ ਆਪ ਕੁਦਰਤ ਵਸਿਆ ਬਲਿਹਾਰੀ ਕੁਦਰਤ ਵਸਿਆ ਕਹਿ ਉੱਠਦੇ ਸਨ, ਉਹਨਾਂ ਨੂੰ ਅਜ਼ਲ ਤੋਂ ਪ੍ਰਾਪਤ ਸੀ। ਇਸ ਪ੍ਰਾਪਤੀ ਵਿੱਚ ਇੱਕ ਸਵਰ ਰਹਿਣਾ, ਇਸ ਵਿੱਚ ਗੋਤੇ ਲੱਗਣੇ, ਇਸ ਵਿੱਚ ਸਰਸ਼ਾਰ ਹੋ ਉੱਠਣਾ, ਉਹ ਬ੍ਰਹਮ ਵਿਦਿਆ ਸੀ ਜੋ ਅਗੰਮੀ ਸੋਮਿਆਂ ਤੋਂ ਆਪ ਵਿੱਚ ਸਦਾ ਰੋਂ ਰੱਖਦੀ ਸੀ। ਪੰਡਿਤ ਪਾਂਦਾ ਪ੍ਰੋਹਿਤ ਕੀ ਜਾਣਦੇ ਸਨ ਕਿ ਨਾਨਕ ਦਾ ਦਿਲ ਕਿੱਥੇ ਜਾ ਟਕਰਾਉਂਦਾ ਹੈ, ਕਿਸ ਛੂਹ ਨਾਲ ਛੂਹ ਕੇ ਉਹ ਸਭ ਤੋਂ ਅਛੋਹ ਸਾਈਂ ਦੀ ਨਿਰੰਤਰ ਛੂਹ ਨਾਲ ਛੋਇਆ ਕਦੇ ਕਦੇ ਉਸ ਛੂਹ ਵਿੱਚੋਂ ਸਰੀਰ ਤੇ ਮਨ ਨੂੰ ਵੀ ਨਹੀਂ ਉੱਠਣ ਦਿੰਦਾ। ਇਹੋ ਛੋਹ ਉਸਨੇ ਜਗਤ ਨੂੰ ਲਾਉਣੀ ਹੈ, ਇਸੇ ਛੋਹ ਦੇ ਦੇਣ ਲਈ ਉਹ ਆਇਆ ਸੀ। ਉਹ ਤ੍ਰੈ ਕੋਤਕ ਵੇਖ ਵੇਖ ਕੇ ਮੰਨ ਗਏ ਸਨ ਕਿ ਪੂਰਨ ਪੁਰਖ ਹੈ, ਪਰ ਅੰਤਰਗਤੀਆਂ ਨੂੰ ਕੌਣ ਜਾਣਦਾ ਸੀ? ਮਾਤਾ ਪਿਤਾ ਵੀ ਵੇਖਦੇ ਸਨ ਕਿ ਉਸ ਦਾ ਸੁਭਾਵ ਰੂਪ ਰੰਗ ਕੰਮ ਕਰਨੀਆਂ ਅਨੋਖੇ ਹਨ, ਪਰ ਅੰਤਰਗਤੀ ਨਾ ਸਮਝ ਸਕਣ ਕਰਕੇ ਉਹ ਭੁੱਲ ਵਿੱਚ ਪੈਂਦੇ ਸਨ ਕਿ ਖਬਰੇ ਕੀ ਹੈ। ਜੇ ਸੱਚਮੁੱਚ ਚੰਗਾ ਹੈ ਤਾਂ ਘਰ ਲਟਾਉਣਾ, ਆਲਸ ਵਿੱਚ ਪਏ ਰਹਿਣਾ, ਬਨਾਂ ਵਿੱਚ ਦਲਿੱਦਰ ਪਾ ਬੈਠ ਰਹਿਣਾ, ਖੇਲਣ ਲੱਗਣਾ ਤਾਂ ਖੇਲਦੇ ਹੀ ਜਾਣਾ, ਇਹ ਲੱਛਣ ਕੀ ਹਨ? ਸ਼ੁਦਾ ਦੇ ਹਨ ਕਿ ਵਡਿਆਈ ਦੇ? ਇਸੇ ਨੂੰ ਸਿਆਣੇ ਮਾਇਆ ਕਹਿੰਦੇ ਹਨ। ਮਹਿਤਾ ਜੀ ਹੁਣ ਵੇਖ ਰਹੇ ਸਨ ਕਿ ਪੁੱਤਰ ਬਨ ਨਾਲ ਦੇ ਬਨਵਾਸੀਆਂ ਨਾਲ ਬਹੁਤ ਪਿਆਰ ਵਿੱਚ ਰਹਿੰਦਾ ਹੈ, ਪਰ ਨਹੀਂ ਸਨ ਜਾਣਦੇ ਕਿ ਉਹ ਉਹਨਾਂ ਬਨਵਾਸੀਆਂ ਨਾਲ ਬੈਠਦੇ ਸਨ ਜੋ ਉਸ ਧੁਨ ਵਿੱਚ ਜੋ ਬਾਲਕ ਜੀ ਧਨ ਨਿਰੰਕਾਰ ਦੀ ਆਪ ਲਾਉਂਦੇ ਸਨ, ਉਹਨਾਂ ਨਾਲ ਸ਼ਾਮਲ ਹੋ ਜਾਂਦੇ ਸਨ। ਜਾਂ ਗੁਰੂ ਨਾਨਕ ਜੀ ਬਹਿ ਜਾਣ ਤਾਂ ਉਹ ਧਨ ਨਿਰੰਕਾਰ ਦਾ ਕੀਰਤਨ ਸੁਣਾ ਸਕਣ। ਪਰ ਇਹਨਾਂ ਗੱਲਾਂ ਤੋਂ ਮਹਿਤੇ ਦਾ ਦਿਲ ਉਦਾਸ ਰਹਿੰਦਾ ਸੀ ਤੇ ਉਸ ਦੇ ਆਪਣੇ ਕੰਮਾਂ ਕਾਜਾਂ ਵਿੱਚ ਵੀ ਹਰਜ ਹੁੰਦਾ ਸੀ। ਜਾਂ ਉਹਨਾਂ ਦੇ ਮਾਲਕ ਰਾਏ ਬੁਲਾਰ ਨੂੰ ਸੂਹ ਲੱਗੀ, ਉਸਨੇ ਮਹਿਤੇ ਨਾਲ ਹਮਦਰਦੀ ਕੀਤੀ, ਆਖਣ ਲੱਗਾ, ਮਹਿਤਾ ਤੂੰ ਪੁੱਤ ਨੂੰ ਫਾਰਸੀ ਪੜ੍ਹਾ, ਜੇ ਤੇਰਾ ਪੁੱਤ ਪੜ੍ਹ ਗਿਆ ਫਾਰਸੀ ਤਾਂ ਤੂੰ ਆਪਣਾ ਕੰਮ ਕਾਜ ਵੀ ਸਿਖਾ ਦੇਵੀਂ, ਫਿਰ ਦਫ਼ਤਰ ਦਾ ਕੰਮ ਉਸ ਦੇ ਸਪੁਰਦ ਕਰ ਦੇਵਾਂਗੇ। ਪੁੱਤ ਤੇਰਾ ਭਲਾ ਹੈ, ਦੇਖੋ ਜੇ ਲੇਖਾ ਪਤਾ ਸੰਸਕ੍ਰਿਤ ਨਹੀਂ ਸੂ ਚੰਗਾ ਲੱਗਾ ਤਾਂ ਕੀ ਜਾਣੀਏ, ਫਾਰਸੀ ਵਿੱਚ ਦਿਲ ਲੱਗ ਜਾਵੇ ਸੂ। ਇਹ ਸੁਣ ਕੇ ਮਹਿਤੇ ਦਾ ਜੀ ਹੁਣ ਫਾਰਸੀ ਪੜ੍ਹਾਉਣ ਤੇ ਕਰ ਆਇਆ ਕਿ ਦੇਵੀ ਜੋਤ ਦਾ ਜੀ ਨਹੀਂ ਸੀ ਕਰਦਾ ਕਿ ਮਾਤਾ ਪਿਤਾ ਜੋ ਕਹਿਣ ਸੋ ਕਰੇ। ਨਹੀਂ, ਜੋ ਉਹ ਕਹਿੰਦੇ ਉਹ ਸਾਵਧਾਨ ਹੋ ਕੇ ਲੱਗ ਪੈਂਦੇ, ਪਰ ਉਹ ਕੁਦਰਤ ਤੇ ਕਾਦਰ ਨਾਲ ਸੁੱਤੇ ਹੀ ਇੱਕ ਸਵਰ ਸਨ। ਕੁਝ ਦਿਨ ਉਹਨਾਂ ਨੂੰ ਫੇਰ ਚਹਿਕੇ ਵੇਖ ਕੇ ਇੱਕ ਦਿਨ ਪਿਤਾ ਜੀ ਉਹਨਾਂ ਨੂੰ ਫਾਰਸੀ ਦੇ ਉਸਤਾਦ ਪਾਸ ਲੈ ਗਏ। ਅੱਗੇ ਵਾਂਗ ਉਹ ਮਕਤਬ ਵਿੱਚ ਵੀ ਪੜ੍ਹਨ ਲੱਗ ਗਏ। ਮੁੱਲਾ ਅਚਰਜ ਹੋ ਗਿਆ ਕਿ ਕਿਤਨੀ ਛੇਤੀ ਪੜ੍ਹ ਗਏ, ਪਰ ਉਹ ਅੰਦਰਲੀ ਖਿੱਚ, ਕੁਦਰਤ ਦੇ ਸੁਹਜ ਨਾਲ ਪ੍ਰੇਮ ਤੇ ਮਗਨਤਾ, ਕਾਦਰ ਦੀ ਖਿੱਚ ਵਿੱਚ ਲੀਨਤਾ ਤੇ ਜਗਤ ਦੀ ਵਿਦਿਆ ਤੇ ਪਦਾਰਥਾਂ ਦੀ ਪ੍ਰਾਪਤੀ ਦੀ ਉਦਾਸੀ, ਇਹ ਭਿੰਨੀ ਭਿੰਨੀ ਤਰੇਲ ਵਾਂਗੂ ਆਪਣੀ ਸਦਾ ਫੁਹਾਰ ਜਾਰੀ ਰੱਖਦੀ ਸੀ। ਇੱਕ ਦਿਨ ਇਸੇ ਪ੍ਰਕਾਰ ਦੀ ਉਦਾਸੀ ਵਿੱਚ ਉਸਤਾਦ ਨੇ ਕਿਹਾ, ਨਾਨਕ ਕਈ ਦਿਨ ਤੋਂ ਤੂੰ ਪੜ੍ਹਦਾ ਨਹੀਂ, ਆਉਂਦਾ ਵੀ ਵੇਲੇ ਸਿਰ ਨਹੀਂ, ਟੁਰ ਵੀ ਆਪੇ ਜਾਂਦਾ ਹੈ। ਤਾਂ ਉਹਨਾਂ ਨੇ ਉੱਤਰ ਦਿੱਤਾ, ਮੈਂ ਪੜ੍ਹਿਆ ਹਾਂ ਜੋ ਪੜ੍ਹਿਆ ਹਾਂ, ਪੜ੍ਹਦਾ ਹਾਂ ਜੋ ਪੜ੍ਹਾਉਂਦਾ ਹੈ। ਮੁੱਲਾ ਨੇ ਪੁੱਛਿਆ, ਕੌਣ ਹੈ ਜੋ ਤੈਨੂੰ ਪੜ੍ਹਾਉਂਦਾ ਹੈ ਤੇ ਕੀ ਪੜ੍ਹਾਉਂਦਾ ਹੈ? ਉਸ ਵੇਲੇ ਉਹਨਾਂ ਦੇ ਹੱਥ ਇੱਕ ਸਾਂਚੀ ਲਿਖੀ ਹੋਈ ਸੀ ਜੋ ਉਹਨਾਂ ਨੇ ਮੁੱਲਾ ਦੇ ਹੱਥ ਦਿੱਤੀ। ਇਹ ਸ਼ਿਹਰਫੀ ਸੀ ਜਿਸ ਵਿੱਚ ਇੱਕ ਫਾਰਸੀ ਹਰਫ ਦੇ ਅੱਗੇ ਉਸ ਦੇ ਅਰਥ ਵਿਰਾਗ ਤੇ ਵਾਹਿਗੁਰੂ ਦੇ ਜਸ ਨਾਲ ਭਰੇ ਹੋਏ ਲਿਖੇ ਹੋਏ ਸਨ। ਇਹ ਪੜ੍ਹ ਕੇ ਮੁੱਲਾ ਦਾ ਸੀਸ ਨਿਉ ਗਿਆ ਤੇ ਉਸਨੇ ਕਿਹਾ ਕਿ ਤੁਸੀਂ ਉੱਚੇ ਇਲਮ ਦੇ ਆਲਮ ਹੋ, ਤੁਸੀਂ ਰੱਬ ਦੇ ਹੋ, ਉਸ ਦੇ ਆਪਣੇ ਹੋ।
ਇਹ ਉਮਰ ਇਹ ਖਿਆਲ ਤੁਸਾਂ ਵਿੱਚ ਅੱਲਾ ਬੋਲਦਾ ਹੈ। ਇਹ ਕਹਿ ਕੇ ਸੀਸ ਨਵਾਇਆ। ਗੁਰੂ ਜੀ ਘਰ ਆ ਗਏ। ਹੁਣ ਫੇਰ ਉਹ ਰੰਗ ਵੱਜ ਗਿਆ, ਜਾਂ ਬਨ ਵਿੱਚ ਦਿਨ ਬਿਤਾ ਆਉਣਾ, ਜਾਂ ਸਾਰਾ ਦਿਨ ਲੰਮੀ ਤਾਣ ਕੇ ਪਏ ਰਹਿਣਾ। ਬੋਲਣਾ ਚੱਲਣਾ ਵੀ ਬੰਦ ਕਰ ਛੱਡਿਆ। ਅੰਨ ਵੀ ਕਦੇ ਖਾਧਾ ਕਦੇ ਨਾ। ਇਸ ਤੋਂ ਚਿੰਤਾ ਵਧੀ ਤੇ ਖਿਆਲ ਪਰਿਵਾਰ ਨੂੰ ਇਹ ਆਇਆ ਕਿ ਬਨ ਵਿੱਚ ਫਿਰਦਿਆਂ ਕੋਈ ਸਾਇਆ ਆਸੇਬ ਹੋ ਗਿਆ ਹੈ। ਇਸ ਲਈ ਸਲਾਹ ਠਹਿਰੀ ਕਿ ਜਿਸ ਨੇ ਫਾਰਸੀ ਪੜ੍ਹਾਈ ਹੈ ਉਸ ਮੁੱਲਾ ਨੂੰ ਬੁਲਾਇਆ ਜਾਵੇ। ਮੁੱਲਾ ਨੇ ਆ ਕੇ ਬਹੁਤ ਯਤਨ ਕੀਤੇ, ਪਰ ਉਹ ਜਿਵੇਂ ਪਏ ਸਨ ਅੱਖਾਂ ਮੀਟ ਕੇ ਪਏ ਹੀ ਰਹੇ। ਜਦ ਮੁੱਲਾ ਹਾਰ ਗਿਆ ਤਾਂ ਉਸਨੇ ਹੌਲੇ ਜਿਹੇ ਕਿਹਾ, ਨਾਨਕ, ਜਿਸ ਸਾਈ ਦਾ ਤੂੰ ਪਿਆਰਾ ਹੈ ਉਸ ਦੇ ਸਦਕੇ ਇੱਕ ਵੈਰੀ ਤਾਂ ਉੱਠ ਬੈਠ। ਆਪਣੇ ਪਿਆਰੇ ਦਾ ਵਾਸਤਾ ਸੁਣਦੇ ਸਾਰ ਆਪ ਉੱਠ ਬੈਠੇ। ਚਾਦਰ ਵਿੱਚ ਲੁਕਿਆ ਮੂੰਹ, ਜੋ ਉਦਾਸੀ ਦਾ ਬੱਦਲ ਨਿਕਲਣਾ ਚਾਹੀਦਾ ਸੀ, ਪੁੰਨਿਆਂ ਦਾ ਚੰਦ ਚਮਕਾਰ ਮਾਰਦਾ ਦਿਸਿਆ। ਅੱਖਾਂ ਵਿੱਚ ਲਾਲ ਡੋਰੇ ਅੰਗੂਰਾਂ ਵਾਂਗੂ ਭਖ-ਭਖ ਕਰ ਰਹੇ ਸਨ ਤੇ ਇੱਕ ਪਿਆਰ ਭਰੀ ਅਰਦਾਸ ਉਹਨਾਂ ਵਿੱਚੋਂ ਚੋ-ਚੋ ਪੈ ਰਹੀ ਸੀ। ਇੱਕ ਸੈਨਤ ਝੜਕਦੀ ਨੈਣਾ ਤੋਂ ਬਰਸਦੀ ਸੀ, ਇੱਕ ਰਮਜ ਵਿਰਾਗ ਦੀ ਸੀ, ਇੱਕ ਮਟਕ ਉਤਲੇ ਪਾਸੇ ਦੀ ਖਿੱਚ ਤੇ ਰਸ ਦੀ ਸੀ। ਬੜੀ ਮਿੱਠੀ ਸੁਰ ਵਿੱਚ ਬੋਲੇ ਉਸ ਬੋਲੀ ਵਿੱਚ ਜੋ ਫਾਰਸੀ ਹੀ ਹੈ ਕਿ ਸਭ ਤੋਂ ਪਹਿਲੀ ਉਰਦੂ ਦੀ ਮਾਂ ਹੈ, ਅਰਥਾਤ ਫਾਰਸੀ ਵਿੱਚ ਕਿਤੇ ਕੋਈ ਹਿੰਦੁਸਤਾਨੀ ਦਾ ਲਫ਼ਜ਼ ਪੈ ਜਾਣਾ, ਉਸ ਫਾਰਸੀ ਵਿੱਚ ਜੋ ਪੰਜਾਬੀ ਨਾਲ ਅਜੇ ਸਹਿਮਤਾ ਮਾਰਨ ਲੱਗੀ ਸੀ। ਇੱਕ ਸ਼ਬਦ ਹੀ ਉਚਾਰ ਕੇ ਆਪ ਨੇ ਮੁੱਲਾ ਨੂੰ ਸੰਬੋਧ ਕੀਤਾ ਕਿ ਆਯੂ ਇਉਂ ਬਿਰਥਾ ਜਾ ਰਹੀ ਹੈ, ਸੰਭਾਲੋ। ਮੁੱਲਾ ਤੇ ਉਪਦੇਸ਼ ਦਾ ਅਜੀਬ ਅਸਰ ਹੋਇਆ। ਹੱਥ ਜੋੜ ਬੋਲਿਆ, ਚਰਨ ਸ਼ਰਨ ਮੈਂ ਕੀਨੋ ਪਰਨਾ, ਹਰ ਹੋ ਮੋਹੇ ਜਗ ਜਨਮ ਰ ਮਰਨਾ, ਬ੍ਰਿਧਨ ਤੇ ਤੁਮ ਬ੍ਰਿਧ ਵਡੇਰੇ, ਕਰ ਉਪਦੇਸ਼ ਕਟਹੂ ਦੁਖ ਮੇਰੇ। ਆਪ ਨੇ ਉਪਦੇਸ਼ ਦਿੱਤਾ, ਇਲਾਹੀ ਰੰਗਤ ਦਾ ਰੰਗ ਲਾਇਆ ਤੇ ਅੰਤਮ ਹੁਕਮ ਇਹ ਦਿੱਤਾ, ਸਤਨਾਮ ਇੱਕ ਚਿਤ ਲਿਵ ਲਾਈ, ਜਪ ਦੇ ਅਭਿਮਾਨ ਗਵਾਈ, ਸਤ ਸੰਗਤ ਕੀ ਸੇਵਾ ਅਭੰਗਾ, ਕਰ ਸੁਖਦ ਨਿਤ ਸੰਗ ਉਮੰਗਾ। ਮੁੱਲਾ ਰਾਜ਼ੀ ਕਰਨ ਆਇਆ, ਆਪ ਰਾਜ਼ੀ ਹੋ ਕੇ ਟੁਰ ਗਿਆ। ਫਿਰ ਆਪ ਕਈ ਦਿਨ ਉਸੇ ਤਰ੍ਹਾਂ ਪਏ ਰਹੇ, ਕਦੇ ਅਗੰਮ ਅਕੈ ਖੇੜੇ ਤੇ ਕਦੇ ਮੌਨ ਚੁੱਪ ਧਾਰ ਕੇ ਪਏ ਰਹਿਣਾ। ਦੋ ਰੰਗ ਅਚਰਜ ਸਨ। ਜਾਪਦਾ ਹੈ ਕਿ ਉਹਨਾਂ ਦੇ ਆਪਣੇ ਰੂਹਾਨੀ ਹੁਲਾਰੇ ਰਚਨਾ ਦੇ ਰਸ ਰੰਗ, ਕੁਦਰਤ ਦੇ ਸੁਹਜ ਕਾਦਰ ਦੀਆਂ ਅੰਦਰੋਂ ਬਾਹਰੋਂ ਚੂਹਾਂ ਤਾਂ ਉਹਨਾਂ ਨੂੰ ਅੰਦਰਲੇ ਤੇ ਉੱਚ ਚਾਓ ਵਿੱਚ ਰੱਖਦੀਆਂ ਸਨ। ਪਰ ਜਗਤ ਦਾ ਦੁੱਖ, ਜਗਤ ਜਲੰਦੇ ਦੀ ਪੀੜਾ, ਇਹ ਕਿਵੇਂ ਦੂਰ ਹੋਵੇ। ਉਹਨਾਂ ਨੂੰ ਚੁੱਪ ਤੇ ਕਈ ਦਿਨ ਗੁੰਮ ਪਏ ਰਹਿਣ ਵਾਲੀ ਅਵਸਥਾ ਵਿੱਚ ਲੈ ਜਾਂਦੀਆਂ ਸਨ। ਹਿਰਦਾ ਜਗਤ ਦੇ ਕਸ਼ਟ ਸੁਣ ਕੇ ਜਗਤ ਰੱਖਿਆ ਕਿਵੇਂ ਹੋਵੇ ਦੇ ਦਰਦ ਵਿੱਚ ਹਮਦਰਦ ਹੀ ਹੋ ਜਾਂਦਾ ਸੀ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ।